बचत भवन में सांसद गुरजीत सिंह औजला की अध्यक्षता में आज बैठक हुई है, जिसमें स्मार्ट सिटी का सॉलिड प्लान बनाने की बात की गई है। आने वाले दिनों में ट्रैफिक बढ़ेगा, उसे लेकर भी क्या क्या होना चाहिए, इस पर भी बात की गई है। डीसी गुरप्रीत सिंह खैरा की ओर से ये कहा गया है कि रोड प्लानिंग की जानी चाहिए क्योंकि ट्रैफिक बढ़ रहा है। विधायक सुनील दत्ती ने यह भी कहा है कि BRTS का कोई फ़ायदा नहीं हुआ, अब लोगों को क्या क्या सुविधाएं देनी है, इस पर भी बात हुई है। कंपनी बाग फॉरेस्ट चौक में फ्लाईओवर नहीं बन रहा है, तो क्यों ना इस पर अंडरपाथ बना दिया जाए। कई इलाकों में हाई टेंशन वायर घरों के ऊपर निकल रही हैं जो कि खतरनाक साबित हो सकती हैं। पुलिस अपना काम कर रही है, इसके बावजूद अपराधियों को कानून का कोई खौफ नहीं रहा है। एक एक अपराधी 10-10 बार जमानत लेने के बाद फिर अपराध की दुनिया में लग जाता है। सड़क बनती है और टूट जाती है, इसके टेस्टिंग सैंपल क्यों नहीं लिए जाते। आयुष्मान के तहत घोटाला होता है लेकिन कार्रवाई क्यों नहीं हुई। यहाँ अस्पताल थे जिन्होंने जाली कार्ड बनाकर मरीजों का इलाज किया था, घोटाला सामने आने पर भी कार्रवाई क्यों नहीं हुई। जाली कार्ड का मुद्दा भी उठा, बुखार होने पर भी मरीज को गंभीर बीमारी का मरीज बताकर उसे अस्पताल में भर्ती कर लिया जाता है और उसका लाखों का बिल बनाया जाता है। कुछ की ओर से आयुष्मान के तहत पैसे भी लिए जा चुके हैं और मरीज से भी पैसे लिए जा रहे हैं। सुपर स्पेशलिटी डॉक्टर गुरु नानक देव अस्पताल में नहीं है, इसका भी मुद्दा आज उठाया गया है। इन तमाम बातों को लेकर हमने सांसद गुरजीत सिंह औजला से बात की है। आइए आपको बताते हैं उनका क्या कहना है। औजला साहब, आज दसना क्यों मीटिंग की, दिशा की मीटिंग सी उसकी क्यों है ਅੱਜ ਜਿਹੜੀ ਜ਼ਿਲ੍ਹੇ ਦੀ ਦਿਸ਼ਾ ਦੀ ਮੀਟਿੰਗ ਹੈ। ਦਿਸ਼ਾ ਦੀ ਮੀਟਿੰਗ ਦੇ ਵਿੱਚ ਅੱਜ ਰਿਵਿਊ ਕੀਤਾ ਗਿਆ ਜਿੰਨੇ ਵੀ ਕੰਮ ਹੋ ਰਹੇ ਆ ਡਿਵੈਲਪਮੈਂਟ ਦੇ, ਜਿੰਨੇ ਵੀ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਵਿੱਚ ਕੇਂਦਰ ਸਰਕਾਰ ਦੇ ਪ੍ਰੋਜੈਕਟ ਚੱਲ ਰਹੇ ਨੇ ਜਾਂ ਜਿਨ੍ਹਾਂ ਦੇ ਵਿੱਚ ਸਟੇਟ ਦੇ ਪ੍ਰੋਜੈਕਟ ਚੱਲ ਰਹੇ ਨੇ, ਉਹਨਾਂ ਦਾ ਰਿਵਿਊ ਕੀਤਾ ਗਿਆ। ਕਾਰਪੋਰੇਸ਼ਨ ਜਿੰਨੇ ਪ੍ਰੋਜੈਕਟ ਚੱਲ ਰਹੇ ਨੇ ਸਮਾਰਟ ਸਿਟੀ ਦੇ, ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਚੱਲ ਰਹੇ ਨੈਸ਼ਨਲ NHAI ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਨਾਲ ਦੀ ਨਾਲ ਸਿਵਲ ਸਰਜਨ ਹਸਪੀਟਲਸ ਦਾ ਰਿਵਿਊ ਕੀਤਾ ਗਿਆ ਔਰ DDPO ਜਿਹੜੇ ਪੰਚਾਇਤਾਂ ਦੇ ਵਰਕਰ ਨੇ ਉਹਨਾਂ ਦਾ ਰਿਵਿਊ ਕੀਤਾ ਗਿਆ ਔਰ DO ਜਿਹੜੇ ਨੇ ਉਹਨਾਂ ਨਾਲ ਜਿਹੜਾ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰ ਰਹੇ ਉਹਨਾਂ ਸਾਰਿਆਂ ਦਾ ਅੱਜ ਰਿਵਿਊ ਕੀਤਾ ਗਿਆ। ਉਹ ਮੀਟਿੰਗ ਸੀ ਅੱਜ। ਅੱਜ ਸਾਹਮਣੇ ਆਇਆ ਜੀ ਆਯੁਸ਼ਮਾਨ 'ਚ ਕੁਝ ਹਸਪਤਾਲ ਵੱਲੋਂ ਜਿਹੜਾ ਕਾਫੀ ਘੁਟਾਲਾ ਕੀਤਾ ਜਾ ਰਿਹਾ, ਉਹ ਸਾਹਮਣੇ ਵੀ ਕੇਸ ਆਉਂਦੇ ਨੇ ਬਟ ਕਾਰਵਾਈ ਕੋਈ ਨਹੀਂ ਹੁੰਦੀ। ਕਾਰਵਾਈ ਹੋਏਗੀ। ਤੁਹਾਨੂੰ ਇਹ ਗੱਲ ਦਾ ਪਤਾ ਕਿ ਬੜਾ ਸਪਸ਼ਟ ਜਿਹਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੰਦੇਸ਼ ਹੈ ਕਿ ਕਿਸੇ ਬੰਦੇ ਨੂੰ ਵੀ ਕਿਸੇ ਵੀ ਕਾਨੂੰਨ ਦੇ ਮੁਤਾਬਕ ਕਿਸੇ ਦੇ ਅਧਿਕਾਰ ਖੇਤਰ ਦੇ ਵਿੱਚ ਗਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ, ਉਹ ਬਿਲਕੁਲ ਨਹੀਂ ਦਿੱਤੀ ਜਾਏਗੀ। ਆਯੁਸ਼ਮਾਨ ਹੋਵੇ, ਚਾਹੇ ECHS ਹੋਵੇ, ਚਾਹੇ ਕੋਈ ਵੀ ਹੋਰ ਹੋਵੇ, ਅਸੀਂ ਕਿਸੇ ਤੇ ਵੀ ਇੱਥੇ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ 'ਤੇ ਕਾਰਵਾਈ ਜ਼ਰੂਰ ਹੋਏਗੀ। ਅੰਮ੍ਰਿਤਸਰ 'ਚ ਕੁਝ ਹਸਪੀਟਲ ਸੀਗੇ, ਮੀਟਿੰਗ 'ਚ ਫੈਸਲਾ ਵੀ ਹੋਇਆ ਸੀਗਾ ਬਿਨਾਂ ਡਾਕਟਰ ਤੋਂ ਮਰੀਜ਼ਾਂ ਦਾ ਇਲਾਜ ਹੋ ਰਿਹਾ ਜਾਂ ਉੱਥੇ ਮਰੀਜ਼ ਮਰਿਆ ਪਿਆ ਉਹਦਾ ਪੈਸਾ ਵਸੂਲ ਕੀਤਾ ਜਾ ਰਿਹਾ। ਇਹਦੇ 'ਤੇ ਇਹਨੂੰ ਮਾਮਲੇ ਨੂੰ ਦਬਾਇਆ ਕੋ ਜਾਂਦਾ, ਸਾਰਵਜਨਿਕ ਨਹੀਂ ਕੀਤਾ ਜਾਂਦਾ। ਇਹ ਜਿਹੜੀ ਚੀਜ਼ ਹੈ ਨਾ, ਇਹ ਹੁਣ ਕੇਂਦਰ ਲੈਵਲ 'ਤੇ ਲੈ ਕੇ ਜਾ ਰਹੇ ਹਾਂ ਅਸੀਂ। ECHS ਵਾਲਾ ਜਿਹੜਾ ਵੀ ਡਿਪਾਰਟਮੈਂਟ ਹੈ, ਇਹਨੂੰ ਅਸੀਂ ਕੇਂਦਰ ਲੈਵਲ 'ਤੇ ਜਾ ਕੇ ਉੱਥੇ ਇਹਦੀ ਸਪੈਸ਼ਲ ਇਨਕੁਆਇਰੀ ਦੀ ਮੰਗ ਕੀਤੀ ਹੈ। ਇਹਦੀ ਸਪੈਸ਼ਲ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਇਹ ਮੁਸ਼ਕਿਲ ਹੈ, ਇਹ ਇਕੱਲੇ ਅੰਮ੍ਰਿਤਸਰ ਦੀ ਮੁਸ਼ਕਿਲ ਨਹੀਂ ਗੀ, ਇਹ ਆਲ ਓਵਰ ਪੰਜਾਬ ਕਹਿ ਲਓ, ਆਲ ਓਵਰ ਇੰਡੀਆ ਹੀ ਇਹੀ ਹਾਲ ਹੈ ਔਰ ਇਹਦੇ 'ਚ ਪੈਸੇ ਖਾਧੇ ਜਾਂਦੇ ਨੇ ਔਰ ਬੜੇ ਵੱਡੇ ਪੱਧਰ ਦੇ ਉੱਤੇ ਘਪਲਾ ਹੋ ਰਿਹਾ। ਇਹਦੀ ਡਿਮਾਂਡ ਜਿਹੜੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ, ਪਾਰਲੀਮੈਂਟ ਦੇ ਵਿੱਚ ਗੱਲ ਇਹਦੇ ਬਾਰੇ ਕਰਾਂਗੇ। ਅੱਛਾ, ਇੱਕ ਮੁੱਦਾ ਸਾਹਮਣੇ ਆਇਆ ਜੀ ਵੀ ਸੜਕਾਂ ਜਿਹੜੀਆਂ ਟੁੱਟ ਜਾਂਦੀਆਂ, ਸੈਂਪਲਿੰਗ ਨਹੀਂ ਹੁੰਦੀ। ਕਿਹਾ ਵੀ ਜਾਂਦਾ ਵੀ ਸੜਕਾਂ ਦੀ ਜਿਹੜੀਆਂ ਬਣ ਗਈਆਂ ਉਹਨਾਂ ਦੀ ਸੈਂਪਲਿੰਗ ਕਰਾਈ ਜਾਏਗੀ, ਲੈਬੋਰਟਰੀ 'ਚ ਜਾਂਚ ਲਈ ਭੇਜੀ ਜਾਏਗੀ, ਬਟ ਉਹ ਗੱਲਾਂ ਹੀ ਰਹਿ ਜਾਂਦੀਆਂ, ਹੁੰਦਾ ਕੁਛ ਨਹੀਂ। ਬਿਲਕੁਲ ਉਹ ਦਿੱਕਤਾਂ ਹੈਗੀਆਂ ਨੇ, ਉਹ ਮੁਸ਼ਕਿਲਾਂ ਹੈਗੀਆਂ ਨੇ ਸਾਡੇ, ਉਹ ਇਹਨਾਂ ਨੂੰ ਮੁਸ਼ਕਿਲਾਂ ਨੂੰ ਦੂਰ ਕਰਾਂਗੇ। ਔਰ ਤੁਸੀਂ ਹੁਣ ਵੇਖ ਲਓ ਕਿ ਅੱਜ ਨੈਸ਼ਨਲ ਹਾਈਵੇ ਦੀਆਂ ਰੋਡਸ ਬਣਦੀਆਂ ਦੇਖ ਲਓ, ਜਿਨ੍ਹਾਂ ਦੇ ਅਸੀਂ ਖੁਦ ਮੋਨੀਟਰਿੰਗ ਮੈਂ ਕਰ ਰਹੇ ਹਾਂ, ਜਿਨ੍ਹਾਂ ਦੇ ਆਪ ਧਿਆਨ ਰੱਖਦੇ ਹਾਂ। ਔਰ GT ਰੋਡ ਜਿਹੜੀ ਜਲੰਧਰ ਨੂੰ ਜਾਂਦੀ, ਕੋਈ ਬੰਦਾ ਵੀ ਉੱਤੇ ਹੁਣ ਜਿਹੜੀ ਨਵੀਂ ਕਾਰਪੇਟਿੰਗ ਹੋਈ ਹੈ ਉਹਦੇ 'ਤੇ ਗੱਡੀ ਚਲਾ ਕੇ ਦੇਖੋ, ਤੁਹਾਨੂੰ ਪਤਾ ਲੱਗੇਗਾ ਕੀ ਫਰਕ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਅਸੀਂ ਇਹਨਾਂ ਚੀਜ਼ਾਂ ਨੂੰ ਦੂਰ ਕਰਾਂਗੇ। ਜਾਲੀ ਕਾਰਡਾਂ ਦਾ, ਆਯੁਸ਼ਮਾਨ ਦੇ ਜਾਲੀ ਕਾਰਡ ਹੈ, ਉਹਨਾਂ ਦਾ ਮੁੱਦਾ ਉੱਠਿਆ। ਬਿਲਕੁਲ ਉਹਨਾਂ ਦੇ ਬਣਦੀ ਕਾਰਵਾਈ ਸਾਰਿਆਂ ਦੀ ਹੋਏਗੀ ਔਰ ਉਹਦੇ ਵਾਸਤੇ ਇੰਸਟਰਕਸ਼ਨ ਜਿਹੜੀਆਂ ਨੇ ਉਹ DC ਸਾਹਿਬ ਨੂੰ ਇਹਨਾਂ ਨਾਲ ਕਮੇਟੀ ਦੇ ਵਿੱਚ ਅਸੀਂ ਡਿਸਕਸ ਕਰ ਲਈਆਂ ਨੇ, ਉਹ ਇੰਸਟਰਕਸ਼ਨ ਹੋ ਜਾਣਗੀਆਂ ਜਾਰੀ। ਅੱਛਾ, ਇੱਕ ਤੁਹਾਡੇ ਵੱਲੋਂ ਕਰੀਬ 1 ਸਾਲ ਪਹਿਲੇ PP ਕਿੱਟਾਂ ਦਾ ਮੁੱਦਾ ਚੁੱਕਿਆ ਗਿਆ ਸੀ, ਇਨਕੁਆਇਰੀ ਹੋ ਗਈ ਪਰ ਸਾਰਵਜਨਿਕ ਨਹੀਂ ਕੀਤੀ ਗਈ। ਸਾਰਵਜਨਿਕ ਕਰਾ ਲਓ ਜਦੋਂ ਮਰਜ਼ੀ। DC ਸਾਹਿਬ ਕੋਲ ਇਨਕੁਆਇਰੀ ਦੀ ਰਿਪੋਰਟ ਪਈ ਹੈ, ਜਿਹੜੀ ਕੋਈ ਚੀਜ਼ ਪੁੱਛਣੀ ਤੁਸੀਂ ਇਹਨਾਂ ਨਾਲ ਟਾਈਮ ਲੈ ਕੇ ਇਹਨਾਂ ਕੋਲ ਚਲੇ ਜਾਓ। ਉਹ 'ਚ ਜਿਹੜੇ ਦੋਸ਼ੀ ਨੇ ਉਹਨਾਂ ਦਾ ਬਕਾਇਦਾ ਹਰ ਚੀਜ਼ ਉੱਤੇ ਕਲੀਅਰ ਹੈ, ਤੁਸੀਂ ਇਹਨਾਂ ਕੋਲ ਚਲੇ ਜਾਓ ਔਰ ਅਗਲੇਰੀ कार्रवाई वास्ते इन्होंने लिखे अगले बने। इसी बैठक में मौजूद थे डिप्टी कमिश्नर गुरप्रीत सिंह खैरा। आइए उनसे बात करते हैं, उनका क्या कहना है। बड़ा मसला उठा भी, वो भी भ्रष्टाचार हो रहा है, कम नहीं करन देंदे जी। इस तरह जी अज हुणे मीटिंग दे विच जिहड़ी इशू आया सीगे कुछ एक पिंडां 'च कि भी कई वीडियोज़ दे थल्ले पैसे लैके ਜਾਂ ਕੋਈ ऐसे दबाਅ थल्ले काम करन दी गल आई हैगी है। सो ਉਹਦੇ ਵਿੱਚ ਅਸੀਂ ਉਹਨਾਂ ਨੂੰ ਸਾਰਾ DDPO ਸਾਹਿਬ ਨੂੰ ਕਿਹਾ ਹੈਗਾ ਕਿ ਵੀ 2-3 ਚੀਜ਼ਾਂ ਦਾ ਬੜਾ ਧਿਆਨ ਰੱਖਣ
ਜੋ ਮੈਰਿਟ ਤੇ ਕੰਮ ਹੋਣ ਵਾਲਾ ਹੈਗਾ ਉਹਦੇ ਵਿੱਚ ਐਵੇਂ ਹੇਠਲੇ ਪੱਧਰ ਤੇ ਕੋਈ ਰੁਕਾਵਟ ਨਹੀਂ ਪੈਣੀ ਚਾਹੀਦੀ। ਦੂਸਰਾ ਜਿਹੜਾ ਇਹ ਆਇਆ ਹੈਗਾ ਜੀ ਕਿਸੇ ਨੇ ਉਹਦੇ ਕੋਲ ਪੈਸੇ ਲਏ ਆ ਜਾਂ ਪੈਸੇ ਲੈ ਕੇ ਕੰਮ ਕਰਨ ਦਾ ਹੈਗਾ, ਦੈਟ ਆਲਸੋ ਵੀ ਹੈਵ ਟੋਲਡ ਕਿ ਵੀ ਸਪੈਸੀਫਿਕਲੀ ਦੇਖੋ ਵੀ ਇਹੋ ਜੀ ਜੇ ਕਿਸੇ ਨੇ ਕੀਤੀ ਹੈ ਤੇ ਉਹ ਕੌਣ ਹੈਗਾ ਤੇ ਉਹਨੂੰ ਸਜ਼ਾ ਦਈਏ ਤਾਂ ਕਿ ਬਾਕੀਆਂ ਨੂੰ ਇੱਕ ਮੈਸੇਜ ਆਵੇ ਕਿ ਵੀ ਇਹ ਜਿਹੜੀ ਚੀਜ਼ ਹੈ ਬਰਦਾਸ਼ਤ ਨਹੀਂ ਕੀਤੀ ਜਾਊਗੀ। ਸਰ ਇੱਕ ਆਯੁਸ਼ਮਾਨ ਦੇ ਜਾਲੀ ਕਾਰਡਾਂ ਦਾ ਮਸਲਾ ਵੀ ਉੱਠਿਆ ਜੀ, ਵੀ ਬਣਾ ਕੇ ਜਾਲੀ ਕਾਰਡ ਪੇਸ਼ੈਂਟ ਪਾ ਕੇ ਤੇ ਉਹਨਾਂ ਕੋਲ ਪੈਸੇ ਲਏ ਜਾਂਦੇ, ਕੁਝ ਹਸਪੀਟਲ ਵੀ ਸ਼ਾਮਲ ਨੇ। ਇਹ ਵੀ ਇਸ਼ੂ ਆਇਆ ਜੀ ਜੋ ਆਯੁਸ਼ਮਾਨ ਕੇ ਵੀ ਕੁਛ ਕਾਰਡ ਐਮਐਲਏ ਸਾਹਿਬ ਨੇ ਕਿਹਾ ਵੀ ਕਈ ਲੋਕ ਹੈਗੇ ਨੇ ਜੀ ਉਹ ਬਣਾ ਕੇ ਦਿੰਦੇ ਨੇ, ਜਦੋਂ ਮੌਕੇ ਤੇ ਜਾਂਦੇ ਆ ਤੇ ਪਤਾ ਲੱਗਦਾ ਜੀ ਇਹ ਠੀਕ ਨਹੀਂ ਹੈਗਾ। ਸੋ ਜੇ ਇਹੋ ਜਿਹਾ ਕੋਈ ਕਾਰਡ ਸਾਡੇ ਕੋਲ ਆਉਂਦਾ ਅਸੀਂ ਪੁਲਿਸ 'ਚ ਉਹਦੀ ਪ੍ਰੋਪਰ FIR ਦਰਜ ਕਰਵਾ ਕੇ ਵੀ ਵਿਲ ਫਾਈਂਡ ਕਿ ਵੀ ਵਾਕਈ ਇਹੋ ਜਿਹਾ ਕੋਈ ਇਸ ਤਰ੍ਹਾਂ ਥਰਡ ਲੈਵਲ ਤੇ ਕੋਈ ਗਲਤ ਕਾਰਡ ਬਣ ਰਹੇ ਨੇ ਉਹਦੀ। ਸਾਡੇ ਵੱਲੋਂ ਇੱਕ ਮਾਮਲਾ ਉਜਾਗਰ ਕੀਤਾ ਗਿਆ ਸੀਗਾ, ਪੇਸ਼ੈਂਟ ਡਾਕਟਰ ਕਹਿੰਦਾ ਮੈਂ ਇਲਾਜ ਹੀ ਨਹੀਂ ਕੀਤਾ ਮਰੀਜ਼ ਦਾ, ਉਹਦੇ ਪੈਸੇ ਲੈ ਗਏ। ਇੱਕ ਪੇਸ਼ੈਂਟ ਮਰ ਗਿਆ ਹੁੰਦਾ ਉਹਦੇ ਪੈਸੇ ਲਏ ਜਾਂਦੇ ਆ ਜੀ। ਇੱਕ ਜਾਲੀ ਕਾਰਡ ਬਣਾਉਣਾ ਤੇ ਇੱਕ ਹਸਪਤਾਲਾਂ ਵੱਲੋਂ ਆਯੁਸ਼ਮਾਨ ਦੀਆਂ ਗਾਈਡਲਾਈਨਸ ਦੇ ਮੁਤਾਬਕ ਕੰਮ ਨਾ ਕਰਨਾ, ਇਹ ਦੋ ਅਲੱਗ-ਅਲੱਗ ਚੀਜ਼ਾਂ ਹੈ। ਜਿੱਥੇ ਤੇ ਕਾਰਡ ਜਾਲੀ ਹੈ ਉਹ ਤੇ ਅਸੀਂ ਦੇਖਾਂਗੇ, ਅਦਰਵਾਈਜ਼ ਸਾਡੀ ਜਿਹੜੀ ਇਹ ਹਸਪਤਾਲਾਂ ਦੀ ਵਰਕਿੰਗ ਦਾ ਹੈਗਾ ਇਹ ਸਾਡੀ ਡਿਸਟ੍ਰਿਕਟ ਲੈਵਲ ਦੀ ਇੱਕ ਕਮੇਟੀ ਬਣੀ ਹੈ ਜਿਸ 'ਚ ਮੈਂ ਚੇਅਰਮੈਨ ਹਾਂ, ਸਿਵਲ ਸਰਜਨ ਸਾਹਿਬ ਸਾਡੇ ਨਾਲ ਨੇ। ਅਸੀਂ ਉਹ ਸ਼ਿਕਾਇਤਾਂ ਜਿਹੜੀਆਂ ਇਹੋ ਜਿਹੀਆਂ ਆ ਰਹੀਆਂ ਨੇ ਉਸ ਕਮੇਟੀ 'ਚ ਲੈ ਕੇ ਅਸੀਂ ਬਕਾਇਦਾ ਸ਼ਿਕਾਇਤ ਵਾਲੇ ਨੂੰ ਔਰ ਹਸਪਤਾਲ ਵਾਲਿਆਂ ਨੂੰ ਸਾਰਿਆਂ ਨੂੰ ਬੁਲਾ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਅਸੀਂ ਹੁਣ ਇਹਨਾਂ ਦੀ ਸਕਰੂਟਨੀ ਸ਼ੁਰੂ ਕੀਤੀ ਹੈ, ਇਹਦੇ 'ਚ ਸੁਧਾਰ आएगा। देखिए इनका कहना है कि किसी को भी इजाज़त नहीं दी जाएगी कि भ्रष्टाचार करने की, जो भी गलत काम करने हैं उनके खिलाफ सख्त कार्रवाई की जाएगी। यहाँ पर विधायक सुनील दत्ती भी मौजूद थे, आइए हम बताते हैं उनका क्या कहना है। और हम सिविल सर्जन से भी बात करेंगे डॉक्टर चरणजीत सिंह के साथ कि आखिरकार कोरोना के मरीजों का जो इलाज किया जा रहा है अस्पतालों की ओर से उनके क्या क्या रेट निश्चित किए गए हैं। सुनील दत्ती विधायक हैं नॉर्थ विधानसभा हल्के के, ये भी इस बैठक से बाहर निकले हैं अभी हिस्सा लेकर। इनकी ओर से कुछ मुद्दे उठाए गए हैं, एक तो आयुष्मान के जो जाली कार्ड बन रहे हैं उन्हें लेकर और एक स्मार्ट सिटी को लेकर। दत्ती साहब तुसी दो मुद्दे उठ चुके हैं, एक तो आयुष्मान के जो जाली कार्ड बन रहे उन्होंने लेके एक स्मार्ट सिटी का क्या है वो दोनों ਕੋ ਮੁੱਦੇ 5-7 ਉਠਾਏ ਆ ਜੀ। ਸ਼ਹਿਰ 'ਚ ਜਿਹੜੀ LED ਸਮਾਰਟ ਸਿਟੀ ਦੇ ਵਿੱਚ ਜਿਹੜੀਆਂ LED ਲਾਈਟ ਲੱਗ ਰਹੀਆਂ ਉਹਦੇ ਬਾਰੇ, ਜਿਹੜੇ ਟਿਊਬਵੈੱਲ ਲੱਗ ਰਹੇ ਨੇ, ਕਾਰਪੋਰੇਸ਼ਨ ਨਾਲ ਰਿਲੇਟਡ ਹੋਰ ਵੀ ਕੰਮ ਨੇ ਸਮਾਰਟ ਸਿਟੀ ਦੇ ਵਿੱਚ ਜਿਹੜੀਆਂ ਹਾਈ ਟੈਂਸ਼ਨ ਵਾਇਰ ਜਿਹੜੀਆਂ ਜਾ ਰਹੀਆਂ ਨੇ ਉਹਨੂੰ ਰਿਮੂਵ ਕਰਨ ਲਈ, ਆ ਜਿਹੜੇ ਆਯੁਸ਼ਮਾਨ ਕਾਰਡ ਲਈ BRTS ਪ੍ਰੋਜੈਕਟ ਤੇ ਕੀ ਹੋਣਾ ਚਾਹੀਦਾ। ਸੋ ਕਾਫੀ ਮੁੱਦੇ ਜਿਹੜੇ ਅਸੀਂ ਉਠਾਏ ਨੇ ਔਰ ਅਫਸਰ ਸਾਹਿਬਾਨ ਸਾਰੇ ਤੁਹਾਨੂੰ ਪਤਾ ਹੀ ਇਸ ਮੀਟਿੰਗ 'ਚ ਹੁੰਦੇ ਨੇ। ਤੋ ਮਾਨਨੀय ਚੇਅਰਮੈਨ ਸਾਡੇ ਗੁਰਜੀਤ ਔਜਲਾ ਜੀ ਦੇ ਤੁਹਾਡੇ ਵੱਲੋਂ ਇੱਕ ਖਾਸ ਗੱਲ ਕਹੇਗੀ ਆਯੁਸ਼ਮਾਨ ਦੇ ਜਾਲੀ ਕਾਰਡ ਬਣਾਏ ਜਾ ਰਹੇ 500 ਰੁਪਏ ਲੈ ਕੇ, ਉਹਦੇ ਤੇ ਕੀ ਕਾਰਵਾਈ ਧਿਆਨ 'ਚ ਇਹ ਲਿਆਂਦਾ ਕਿ ਅੱਜ ਆਯੁਸ਼ਮਾਨ ਕਾਰਡ ਜਦੋਂ ਇੱਕ ਕੋਈ ਵਿਚਾਰਾ ਪੇਸ਼ੈਂਟ ਲੈ ਕੇ ਜਾਂਦਾ ਆਪਣੇ ਲਈ, ਉਹ ਕਈ ਹਸਪੀਟਲ ਕਹਿੰਦੇ ਆ ਜੀ ਕੰਪਿਊਟਰ ਤੇ ਟੈਲੀ ਨਹੀਂ ਕਰ ਰਿਹਾ। ਮੇਰੇ ਧਿਆਨ 'ਚ ਇਹ ਆਇਆ ਕਿ ਰਾਸ਼ਨ ਕਾਰਡ ਜਿੱਦਾਂ ਹੁੰਦਾ ਆ ਤੇ ਉਹਦਾ ਹੀ ਇਹ ਆਯੁਸ਼ਮਾਨ ਕਾਰਡ ਬਣਨਾ। ਸਿਵਲ ਸਰਜਨ ਨੂੰ ਮੈਂ ਸਵਾਲ ਕੀਤਾ ਕਿ ਇਹ ਜਿਹੜੇ ਜਾਲੀ ਬੰਦੇ ਆ ਕੋਈ ਚੈੱਕ ਕਰ ਰਹੇ ਹੋ? ਉਹਨਾਂ ਨੇ ਕਿਹਾ ਅਸੀਂ ਟੀਮਾਂ ਬਣਾਈਆਂ, ਸਵੇਰੇ ਪੇਪਰ 'ਤੇ ਵੀ ਅਸੀਂ ਦੇਣ ਲੱਗੇ ਹਾਂ, ਉਹਨਾਂ ਦੇ ਖਿਲਾਫ ਬਕਾਇਦਾ FIR ਰਜਿਸਟਰਡ ਕੀਤੀ ਜਾਏਗੀ। दत्ती साहब मैं थोड़े ध्यान से लाना चाहना, इतने कुछ हस्पताल ऐसे ने जिन्होंने जाली कार्ड बनाए थे, जाली मरीजों के इलाज कर करके मोटे बिल बनाए हैं। कुछ नू नोटिस भी इशू आया, पूरे पंजाब से मामला चुक्या गया। विजिलेंस की ओर दिन वालों जलंधर के कुछ हस्पताल फड़े भी गए हैं। अमृतसर का एक घोटाला मैं कढ़िया सी, लेकिन वो कार्रवाई कोई नहीं हुई अजे तक, लीपापोती करती जाती है, जबकि ये कड़ी कार्रवाई होनी चाहिए। देखो ਹੁਣੇ ਹੀ ਚੇਅਰਮੈਨ ਸਾਹਿਬ ਨੇ ਕਿਹਾ ਹੈ ਕਿ ਇਹ ਮਾਮਲਾ CBI ਤੱਕ ਚਲੇ ਗਿਆ ਹੈ। ਇਸ ਤਰ੍ਹਾਂ ਲੱਗ ਰਿਹਾ ਕਿ ਇਹ ਇਨਕੁਆਇਰੀ CBI ਵੱਲੋਂ ਹੋਏਗੀ ਔਰ ਇਹ ਤੋਂ ਵੱਡੀ ਏਜੰਸੀ ਕੋਈ ਨਹੀਂ ਹੈ ਜੀ। ਇੱਕ ਹਸਪਤਾਲ ਹੈ ਜੀ, ਉੱਥੇ ਡਾਕਟਰ ਹੁੰਦਾ ਨਹੀਂ, ਉਹਦੇ ਨਾਂ ਤੇ ਮਰੀਜ਼ਾਂ ਦੇ ਇਲਾਜ ਕੀਤੇ ਜਾਂਦੇ ਤੇ ਪੈਸੇ ਲੈ ਜਾਂਦੇ ਆ। ਦੂਸਰਾ ਹਸਪੀਟਲ ਹੈ ਜੀ, ਉੱਥੇ ਮਰੀਜ਼ ਮਰਿਆ ਹੁੰਦਾ ਉਹਦੇ ਪੈਸੇ ਲੈ ਜਾਂਦੇ ਆ। ਸਕੈਂਡਲ ਹੈ ਜੀ, ਬਹੁਤ ਵੱਡਾ ਸਕੈਂਡਲ ਹੈ। ਦੇਖੋ ਇਹ ਗਵਰਨਮੈਂਟ ਨੇ ਬਹੁਤ ਵਧੀਆ ਇੱਕ ਫੈਸਿਲਿਟੀ ਦਿੱਤੀ ਹੈ, ਬੜਾ ਵੱਡਾ ਫਾਇਦਾ। ਦੇਖੋ ਇੱਕ ਘਰ ਦੇ ਵਿੱਚ 4 ਜੀ ਆ, ਜੇ ਤੁਹਾਡਾ 5-5 ਲੱਖ ਰੁਪਈਆ 20 ਲੱਖ ਰੁਪਈਆ ਤੁਹਾਨੂੰ ਗਵਰਨਮੈਂਟ ਦੇ ਦਿੰਦੀ ਆ ਤਾਂ ਕਿੱਡਾ ਵੱਡਾ ਫਾਇਦਾ। ਨਹੀਂ ਤਾਂ ਘਰ ਹੀ ਧੁੱਪ ਜਾਂਦਾ ਜੀ, ਇਲਾਜ ਕਰਾ ਹੀ ਨਹੀਂ ਸਕਦਾ ਬੰਦਾ। ਅਤੇ ਇਹੋ ਜਿਹੇ ਗੰਦੇ ਲੋਕ ਜਿਹੜੇ ਆ ਇਸ ਅੱਛੇ ਸਿਸਟਮ ਨੂੰ ਖਰਾਬ ਕਰਦੇ ਨੇ। ਦत्ती ਸਾਹਿਬ ਕੀ ਤੁਹਾਡੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇੱਕ ਅਪੀਲ ਕੀਤੀ ਜਾਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਜਾਏਗੀ ਕਿ ਇਹ ਪੂਰੇ ਜਿੰਨੇ ਵੀ ਪੰਜਾਬ ਦੇ ਵਿੱਚ ਸਾਰੇ ਹਸਪੀਟਲ ਨੇ ਇਹਨਾਂ ਦੀ ਜਾਂਚ ਕਰਾਈ ਜਾਏ? ਬਿਲਕੁਲ ਉਹਨਾਂ ਦੇ ਧਿਆਨ 'ਚ ਲਿਆਇਆ ਜਾਏਗਾ ਜੀ। ਇਹ ਬੜਾ ਗੰਭੀਰ ਮੁੱਦਾ ਆ, ਇਹ ਧਿਆਨ 'ਚ ਲਿਆਇਆ ਜਾਏਗਾ। ਇਹ ਨਹੀਂ ਕੋਈ ਸਾਰੇ ਹਸਪੀਟਲ ਇਹ ਕੰਮ ਕਰਦੇ ਚਾਹੁੰਦੇ ਆ, ਜਿਹੜੇ ਚਾਹੁੰਦੇ ਉਹਨਾਂ ਨੂੰ ਸਜ਼ਾ ਹੋ ਕੇ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ। ਬਿਲਕੁਲ ਜੀ, ਬਿਲਕੁਲ ਅਸੀਂ ਉਹਨਾਂ ਸਾਰੇ ਹਸਪੀਟਲ ਦੀ ਜਿਹੜੇ ਪੈਨਲ ਦੇ ਵਿੱਚ ਨੇ ਅੱਗੋਂ ਮੀਟਿੰਗ ਰੱਖ ਰਹੇ ਹਾਂ। ਸਰ ਸਾਹਿਬ ਅੱਜ ਇੱਕ ਮੁੱਦਾ ਉੱਠਿਆ ਜੀ ਦਿਸ਼ਾ ਦੀ ਕਮੇਟੀ ਚੌਇਲਾ ਸਾਹਿਬ ਦੇ ਸਾਹਮਣੇ, ਕਹਿੰਦੇ ਜੀ ਕਰੋਨਾ ਦੇ ਪ੍ਰਾਈਵੇਟ ਜਿਹੜੇ ਹਸਪੀਟਲ ਜਾਂਦੇ ਨੇ ਮਰੀਜ਼, ਉਹਨਾਂ ਤੋਂ ਵੱਲੋਂ ਜ਼ਿਆਦਾ ਪੈਸਾ ਲਿਆ ਜਾ ਰਿਹਾ।
ਨਹੀਂ ਉਹਦੇ ਲਈ ਬਿਲਕੁਲ ਮੈਂ ਕਮੇਟੀ ਵਿੱਚ ਹੀ ਕਿਹਾ ਕਿ ਜੇ ਕੋਈ ਇਹੋ ਜਿਹੀ ਸ਼ਿਕਾਇਤ ਆਉਂਦੀ ਹੈ ਤੇ ਉਹਦੀ ਅਸੀਂ ਪ੍ਰੋਪਰ ਇਨਕੁਆਇਰੀ ਕਰਾਂਗੇ ਤੇ ਜਦੋਂ ਬਣਦਾ ਐਕਸ਼ਨ ਉਹ ਲਿਆ ਜਾਏਗਾ ਜੇ ਸਾਡੇ ਕੋਲ ਕੋਈ ਕੰਪਲੇਂਟ ਕਰਦਾ। ਤੇ ਬਾਕੀ ਸਾਡੀ ਜਿਹੜੀ ਕਮੇਟੀ ਅਸੀਂ ਬਣਾਈ ਹੈ ਹਸਪੀਟਲ ਦੀ, ਉਹ ਹਸਪੀਟਲ ਵਿੱਚ ਵੀ ਵਿਜ਼ਿਟ ਕਰ ਰਹੀ ਹੈ ਕਿ ਫੈਸਿਲਿਟੀਆਂ ਪੂਰੀਆਂ ਨੇ। ਬਟ ਜੇ ਪਬਲਿਕ ਦੇ ਕਿਸੇ ਨੁਮਾਇੰਦੇ ਨੂੰ ਕਿਸੇ ਨੂੰ ਵੀ ਪਬਲਿਕ ਨੂੰ ਕੰਪਲੇਂਟ ਹੁੰਦੀ ਹੈ ਕਿ ਓਵਰ ਚਾਰਜਿੰਗ ਹੋ ਰਹੀ ਹੈ ਤੇ ਤੁਰੰਤ ਜਿਹੜੀ ਹੈਗੀ ਉਹ 'ਤੇ ਕਾਰਵਾਈ ਕੀਤੀ ਜਾਏਗੀ ਹਸਪੀਟਲ 'ਤੇ। ਵੈਸੇ ਗਵਰਨਮੈਂਟ ਵੱਲੋਂ ਕੀ ਗਾਈਡਲਾਈਨਸ ਹੈਗੀਆਂ ਵੀ ਕਿੰਨੇ ਪੈਸੇ ਹਸਪੀਟਲ ਵਾਲਾ ਚਾਰਜ ਕਰ ਸਕਦਾ ਮਰੀਜ਼ ਕੋਰੋਨਾ ਦੇ ਮਰੀਜ਼ ਕੋ? ਨਹੀਂ ਅਸੀਂ ਇੱਕ ਨਵੀਂ ਗਾਈਡਲਾਈਨ ਆਈ ਹੈ ਸਰਕਾਰ ਦੀ ਸਾਨੂੰ ਕਿ ਜਿਹੜਾ ਗਵਰਨਮੈਂਟ ਜੋ ਰੈਫਰ ਹੋ ਕੇ ਜਾਂਦਾ ਪ੍ਰਾਈਵੇਟ 'ਚ ਉਹਦੇ ਵਿੱਚ ਕੈਪਿੰਗ ਕਰਤੀ ਹੈ ਅਲੱਗ-ਅਲੱਗ ਤਰੀਕੇ ਨਾਲ ਕਿ ਉਹ ਜੇ ICU ਹੈਗਾ ਵਿੱਚ ਨਾਲ BP ਕਿੱਟ ਦੀ ਉਹਦੀ ਕੈਪਿੰਗ ਰੇਟ ਆ ਉਹ ਅਸੀਂ ਅੱਜ ਜਿਹੜੀ ਹੈਗੀ ਆ ਥਰੂ ਸਿਟੀ ਕੇਬਲ ਤੇ ਥਰੂ ਪ੍ਰੈਸ ਅਸੀਂ ਸਾਰੇ ਪਬਲਿਕ ਦੀ ਜਾਣਕਾਰੀ ਲਈ ਵੀ ਦੇ ਰਹੇ ਹਾਂ। ਸਾਨੂੰ ਦੱਸੋ ਨਾ ਕਿ ਅਸੀਂ ਵੀ ਚਾਹੁੰਦੇ ਆਪਣੇ ਦਰਸ਼ਕਾਂ ਨੂੰ ਦੱਸਣਾ ਵੀ ਜੇ PP ਜੇ ਬੰਦਾ ਵੈਂਟੀਲੇਟਰ ਤੇ ਕਿੰਨੇ ਪੈਸੇ ਲੱਗਣੇ, ਜੇ ਵੈਂਟੀਲੇਟਰ ਉਹਨੂੰ ਨਹੀਂ ਲੱਗਿਆ ਕਿੰਨੇ ਪੈਸੇ ਲੱਗਣੇ ਆ, ਰੂਟੀਨ 'ਚ ਕਿੰਨੇ ਪੈਸੇ ਲੱਗਣੇ? ਨਹੀਂ ਉਹ ਡਿਟੇਲ ਜਿਹੜੀਆਂ ਗਾਈਡਲਾਈਨਸ ਮੈਂ ਹੁਣ ਮੰਗਵਾ ਲਈਆਂ ਨਾ ਉਹ ਤੁਹਾਡੇ ਨਾਲ ਮੈਂ ਉਹ ਸ਼ੇਅਰ ਕਰ ਲੈਣਾ। ਉਹ ਗਾਈਡਲਾਈਨ ਜਿਹੜੀਆਂ ਅਸੀਂ ਉਹ ਵੀ ਇਹ ਵੀ ਕਰ ਰਹੇ ਹਾਂ ਕਿ ਜਿਹੜੀ ਨੋਟਿਸ ਬੋਰਡ ਹੈਗਾ ਹਸਪੀਟਲ ਦਾ ਉੱਥੇ ਵੀ ਅਸੀਂ ਪਹਿਲਾਂ ਵੀ ਕਮੇਟੀ ਬਣਾਈ ਸੀ ਤੇ ਉਹਨੂੰ ਵੀ ਅਸੀਂ ਹੁਣ ਹਦਾਇਤ ਦਿੱਤੀ ਆ ਕਿ ਸਾਰੇ ਹਸਪੀਟਲ ਜਿਹੜੇ ਕੋਵਿਡ ਦਾ ਟ੍ਰੀਟਮੈਂਟ ਅੰਦਾਜ਼ਨ 24 ਪ੍ਰਾਈਵੇਟ ਹਸਪੀਟਲ ਕਰ ਰਹੇ ਆ ਉਹ ਸਾਰਿਆਂ ਨੂੰ ਕਹਿ ਕੇ ਜਿਹੜੀਆਂ ਤੁਸੀਂ ਇਹਨੂੰ ਆਪਦੇ ਨੋਟਿਸ ਬੋਰਡ ਤੇ ਪੇਸਟ ਕਰੋ ਤਾਂ ਕਿ ਕਿਸੇ ਵੀ ਜਿਹੜਾ ਮਰੀਜ਼ ਤੋਂ ਵੱਧ ਪੈਸੇ ਨਾ ਲਏ ਜਾਣ। ਤੁਹਾਡੇ ਵੱਲੋਂ ਕਮੇਟੀ ਬਣਾਈ ਗਈ ਸੀ ਕਿ ਹਸਪੀਟਲ ਕਿਹੜੇ ਮਰੀਜ਼ ਕੋ ਕਿਹੜੀ ਬਿਮਾਰੀ ਦਾ ਕਿੰਨਾ ਇਲਾਜ ਦਾ ਕਿੰਨਾ ਵਸੂਲ ਕਰੇਗਾ ਪਰ ਡੇ, ਉਹਦਾ ਕੀ ਬਣਿਆ? ਹਾਂਜੀ ਉਹ ਕਮੇਟੀ ਜਿਹੜੀ ਹੈਗੀ ਉਹ ਆਪਣਾ ਕੰਮ ਕਰ ਰਹੀ ਹੈਗੀ ਆ ਤੇ ਉਹ ਡੈਡਲਾਈਨ ਨਾਲ ਦਿੱਤੀ ਹੋਈ ਆ ਤੇ ਉਹ ਥੋੜ੍ਹੇ ਦਿਨਾਂ ਵਿੱਚ ਉਮੀਦ ਹੈਗੀ ਕਿ ਸਾਰੇ ਹਸਪੀਟਲ ਨਾਲ ਮੀਟਿੰਗ ਵੀ ਸਾਡੀ IMA ਦੇ ਨਾਲ ਜਿਹੜੀ ਸੈਕਟਰੀ ਉਹਨਾਂ ਹੋਈ ਆ ਤੇ ਉਹਨਾਂ ਨੇ ਸ਼ੋਰ ਕੀਤਾ ਕਿ ਅਸੀਂ ਆਪਣੇ ਆਪ ਡਿਸਪਲੇ ਕਰ ਲਾਂਗੇ, ਜੇ ਨਹੀਂ ਡਿਸਪਲੇ ਕਰਨਗੇ ਤੇ ਜਿਹੜੀ ਕਾਰਵਾਈ ਬਣਦੀ ਆ ਉਹ ਸਰਕਾਰ ਨੂੰ ਸੂਚਿਤ ਕੀਤਾ ਜਾਵੇਗਾ। ਤੁਹਾਡੇ ਵੱਲੋਂ 15 ਦਿਨ ਦਾ ਟਾਈਮ ਦਿੱਤਾ ਗਿਆ ਸੀ ਹਸਪੀਟਲਾਂ ਨੂੰ, 15 ਦਿਨ ਤਾਂ ਆਲਰੇਡੀ ਹੋ ਗਏ ਨੇ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਉਹਦੇ ਵਿੱਚ ਰਿਕੁਐਸਟ ਕੀਤੀ ਸੀ IMA ਨੇ ਕਿ ਸਾਨੂੰ ਥੋੜ੍ਹਾ ਟਾਈਮ ਦਿੱਤਾ ਜਾਵੇ, ਕੋਵਿਡ ਕਰਕੇ ਇਨਵੋਲਵਡ ਹੈਗੇ ਆ ਤੇ ਅਸੀਂ ਉਹਨਾਂ ਦੀ ਰਿਕੁਐਸਟ ਦੇ ਉੱਪਰ ਉਹਨਾਂ ਨੂੰ ਟਾਈਮ ਐਕਸਟੈਂਡ ਜ਼ਰੂਰ ਕੀਤਾ ਪਰ ਨਾਲ ਹਦਾਇਤ ਕੀਤੀ ਹੈ ਕਿ ਜਿਹੜੀਆਂ ਸਰਕਾਰ ਦੀ ਹਦਾਇਤਾਂ ਉਹਨੂੰ जल्दी ਜਿਹੜੇ ਆ नोटिस पे वो डिस्प्ले किए जाए। बचत भवन में आज हुई बैठक को लेकर आज हमने सांसद गुरजीत सिंह औजला से भी बात की है, विधायक सुनील दत्ती से भी बात की है और सिविल सर्जन डॉक्टर चरणजीत सिंह से भी बात की है। उन्होंने बताया कि किस तरह ये घालमेल हो रहा है, खासकर आयुष्मान के तहत घोटाला हो रहा है और इन पर शिकंजा कसा जाएगा। और भी कई मुद्दों पर बात हुई है। सांसद गुरजीत सिंह औजला का कहना है कि लोगों से पंजाब सरकार की ओर से जो वायदे किए थे उन्हें पूरा किया जाएगा। अमृतसर से D4 न्यूज़ के लिए दीपक भंडारी की खास रिपोर्ट।